वेलकम वंस अगेन। हाँ जी, 8th क्लास ਲਈ ਲੈਸਨ ਨੰਬਰ ਜਿਹੜਾ 3 ਆ ਬੇਟਾ ਦਾ ਏਜਡ ਮਦਰ। ਅੱਜ ਕੱਲ੍ਹ ਆਪਾਂ ਉਹ ਕਰ ਰਹੇ ਹਾਂ। ਠੀਕ ਹੈ, ਲੈਸਨ ਅਸੀਂ ਰੀਡ ਕਰ ਲਿਆ, ਸਾਰੇ ਦਾ ਸਾਰਾ ਸਮਝ ਲਈ, ਕਹਾਣੀ ਪਤਾ ਲੱਗ ਗਈ ਸਾਨੂੰ। ਹੁਣ ਵਾਰੀ ਆ ਪੋਸਟ ਰੀਡਿੰਗ ਦੀ ਅਤੇ ਐਕਟੀਵਿਟੀਜ਼ ਦੀ ਸੋਲਵ ਕਰਨ ਦੀ। ਸੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਸੋਲਵ ਕਰਨ ਜਾ ਰਹੇ ਹਾਂ ਐਕਟੀਵਿਟੀ 2nd, 3rd, 4th ਐਂਡ 5th। 4th वन जी एक्सरसाइज है वो क्वेश्चन आंसर्स। सो भी अज आप करा। सो करते हैं स्टार्ट। फिर लै लो कॉपी पेन अपनी। सो फस्ट ऑफ ऑल एक्टिविटी नंबर 2 की कह रहे हैं एक्टिविटी 2 च की करना सी। सो रीड करते हैं। पुट अ टिक ऑन द ऑप्शन दैट ब्रिंग्स आउट द मीनिंग ऑफ द अंडरलाइंड वर्ड। असी उस ऑप्शन ਨੂੰ ਟਿਕ ਕਰਨਾ ਜਿਹੜਾ ਅੰਡਰਲਾਈਨ ਸ਼ਬਦ ਦਿੱਤੇ ਸਟੇਟਮੈਂਟ ਦੇ ਵਿੱਚ ਉਹਦਾ ਮੀਨਿੰਗ ਨੂੰ ਕਲੀਅਰ ਕਰਦੀ ਹੈ। ਜਿੱਦਾਂ ਹੁਣ ਆਪਾਂ ਫਸਟ ਰੀਡ ਕਰਦੇ ਹਾਂ, ਇਟ ਵਾਜ਼ ਗਵਰਨਡ ਬਾਏ ਆ ਡਿਸਪੋਟਿਕ ਲੀਡਰ। ਕਿੱਥੇ ਆ ਟਿਕ ਲੱਗੀ ਵੀ? ਡਿਸਪੋਟਿਕ ਦੇ ਥੱਲੇ ਹੈ ਨਾ, ਉਹਨੂੰ ਅੰਡਰਲਾਈਨ ਕੀਤਾ ਗਿਆ। ਹੁਣ ਇਹਦੇ ਲਈ ਸਾਨੂੰ ਦੋ ਆਪਸ਼ਨਸ ਪ੍ਰੋਵਾਈਡ ਕਰਵਾਈਆਂ ਗਈਆਂ ਨੇ, ਇਹਨਾਂ 'ਚੋਂ ਕਿਹੜੀ ਵਾਲੀ ਸਹੀ ਆ ਉਹ ਅਸੀਂ ਫਾਈਂਡ ਕਰਨੀ ਆ। ਪਹਿਲਾਂ ਦੋਨਾਂ ਨੂੰ ਰੀਡ ਕਰੋ ਧਿਆਨ ਨਾਲ। ਅ ਪਰਸਨ ਹੂ ਐਕਸਪੈਕਟ everyone to obey all his orders। ਉਹ ਆਦਮੀ ਜਿਹੜਾ ਸਾਰਿਆਂ ਤੋਂ ਉਮੀਦ ਕਰਦਾ ਕਿ ਜਿਹੜੇ ਉਹਦਾ ਆਰਡਰ ਮੰਨਣ। ਇਹੀ ਮਤਲਬ ਹੁੰਦਾ ਡਿਸਪੋਟਿਕ ਲੀਡਰ ਦਾ। ਸੋ ਫਸਟ ਵਨ ਹੀ ਆਨਸਰ ਆ। ਦੂਸਰੇ 'ਚੋਂ ਕੀ ਕਹਿ ਰਹੇ ਨੇ? ਅ ਪਰਸਨ ਹੂ ਲਵਸ ਹਿਸ ਪੀਪਲ। ਇਹ ਤੋਂ ਨਹੀਂ ਹੈ ਨਾ। ਸੋ ਫਸਟ ਵਨ ਆਨਸਰ ਆ। ਇਸੇ ਤਰੀਕੇ ਨਾਲ ਹੁਣ ਆਪਾਂ ਸੈਕਿੰਡ ਕਰਦੇ ਹਾਂ। ਹੀ ਹੈਡ ਅ ਗ੍ਰੇਟ ਡਿਸਲਾਈਕ ਫॉर ਐਨੀਥਿੰਗ ਸਜੈਸਟਿਵ of falling health and strength। ਹੁਣ ਕਿੱਥੇ ਅੰਡਰਲਾਈਨ ਕੀਤਾ ਗਿਆ? ਸਜੈਸਟਿਵ 'ਤੇ। ਸਜੈਸਟਿਵ ਮੀਨਸ ਕਿਸੇ ਨੂੰ ਕੁਝ ਸੁਜੈਸਟ ਕਰਨਾ। ਸੋ ਆਪਸ਼ਨਸ ਕਿਹੜੀਆਂ ਨੇ? ਗਿਵਿੰਗ ਐਨ ਆਈਡੀਆ ਆਫ ਆਰਟੀਕਲ। ਓਕੇ, ਸੋ ਗਿਵਿੰਗ ਐਨ ਆਈਡੀਆ। ਸੋ ਇਹ ਦਾ ਆਨਸਰ ਹੈ ਬੇਟਾ। ਥਰਡ, ਦਿਸ ਪ੍ਰੋਮਪਟਡ ਹਿਮ ਟੂ ਮੇਕ ਅ ਕਰੂਅਲ ਲਾਅ ਫॉर द ਪ੍ਰੋਵਿੰਸ। ਪ੍ਰੋਮਪਟਡ ਦੇ ਨੂੰ ਅੰਡਰਲਾਈਨ ਕੀਤਾ ਗਿਆ। ਹੁਣ ਇਹਦਾ ਮਤਲਬ ਹੁੰਦਾ ਪ੍ਰੋਮਪਟ ਕਰਨਾ, ਕਿਸੇ ਚੀਜ਼ ਨੂੰ, ਕਿਸੇ ਬੰਦੇ ਨੂੰ ਕੁਝ ਕਰਨ ਲਈ ਉਤਸ਼ਾਹਿਤ ਕਰਨਾ। ਕਿੱਥੇ ਲਿਖਿਆ ਹੈ ਦੇਖੋ ਹੁਣ ਇਹ ਵਾਲਾ ਕੀ ਆ? ਇਨਕਰੇਜਡ ਟੂ ਡੂ ਸਮਥਿੰਗ। ਹਾਂਜੀ, ਇਹੀ ਹੈ ਇਹਦਾ ਆਨਸਰ। ਓਕੇ, ਸੋ ਹੋ ਗਏ 3। ਨੈਕਸਟ ਵਨ ਦੇਖੋ, ਦੋਜ਼ ਵਰ ਬਾਰਬਰਸ ਡੇਜ਼। ਹੁਣ ਦੇਖੋ ਇਹਦਾ ਮਤਲਬ ਜ਼ਾਲਮਾਨਾ, ਵਹਿਸ਼ੀ, ਜਿਵੇਂ ਆਪਾਂ ਪੜ੍ਹਿਆ ਸੀਗਾ ਐਕਟੀਵਿਟੀ 1 ਦੇ ਵਿੱਚ। ਹੁਣ ਇੱਥੇ ਦੋ ਸਾਨੂੰ ਆਪਸ਼ਨ ਦਿੱਤੀਆਂ, ਅਨਸਿਵਲਾਈਜ਼ਡ, ਕਰੂਡ। ਸੋ ਇਹਦਾ ਆਨਸਰ ਅਨਸਿਵਲਾਈਜ਼ਡ ਆ, ਇਹ ਵਾਲਾ। ਓਕੇ, ਨੈਕਸਟ ਵਨ, ਦ ਕਸਟਮ ਆਫ ਅਵੈਂਟਨਿੰਗ ਓਲਡ ਪੀਪਲ ਟੂ ਡਾਈ ਵਾਜ਼ ਨਾਟ ਅਨਕੋਮਨ। ਅਵੈਂਟਨਿੰਗ ਦੇ ਥੱਲੇ ਅੰਡਰਲਾਈਨ ਕੀਤਾ ਗਿਆ, ਉਹਨੂੰ ਲਾਈਨ ਲਾਈ ਗਈ ਆ। ਮੀਨਿੰਗ ਲਈ ਸਾਨੂੰ ਦੋ ਆਪਸ਼ਨ ਦਿੱਤੇ ਆ, ਟੂ ਲੀਵ ਔਰ ਡੈਜ਼ਰਟ। ਹਾਂ, ਹੁਣ ਇਹਦਾ ਕੀ ਆ? ਦੂਸਰਾ ਡਿਸਕੰਟੀਨਿਊ ਹੈ ਨਾ। ਸੋ ਫਸਟ ਵਨ ਹੀ ਆ ਲੀਵ। ਹੁਣ ਜਿਹੜਾ ਇਹਦਾ ਮਤਲਬ ਵੀ ਲੀਵ ਕਰਨਾ, ਛੱਡ ਦੇਣਾ ਹੁੰਦਾ ਐਜ਼ ਅ ਵਰਬ। ਠੀਕ ਆ, ਜਦੋਂ ਉਹਨੂੰ ਐਜ਼ ਅ ਨਾਊਨ ਤੁਸੀਂ ਯੂਜ਼ ਕਰਦੇ ਹੋ ਉੱਥੇ ਮੰਨਦਾ ਰੇਤਲਾ ਇਲਾਕਾ। ਸੋ ਇਹਦਾ ਵੀ ਇਹ ਹੀ ਆਨਸਰ। ਸਿਕਸਥ ਵਨ, ਦ ਨੈਰੋ ਰੋਡ ਵਾਜ਼ ਕ੍ਰੋਸਡ ਐਂਡ ਰੀਕ੍ਰੋਸਡ ਬਾਈ ਮੈਨੀ ਪਾਥਸ ਮੇਡ ਬਾਈ ਦ ਹੰਟਰਸ ਐਂਡ ਦ ਵੁੱਡ ਕਟਰਸ। ਨੈਰੋ, ਨੈਰੋ ਮੀਨਸ ਦਾ ਤੰਗ। ਹੁਣ ਸਾਨੂੰ ਦੋ ਆਪਸ਼ਨ ਦਿੱਤੀਆਂ ਨੇ, ਸਮਾਲ ਵਿਡਥ ਐਂਡ ਬਿਗ। ਸੋ ਇਹਦਾ ਵੀ ਆਨਸਰ ਇਹ ਆ। ਅਗਰ ਤੁਸੀਂ ਹੁਣ ਤੱਕ ਦੇਖਿਆ ਹੋਵੇ ਸਾਰਿਆਂ ਦੇ ਆਨਸਰ ਇਹ ਹੀ ਆ ਰਹੇ ਨੇ। ਹੁਣ ਨੈਕਸਟ ਵਨ 'ਚ ਦੇਖਦੇ ਹਾਂ ਕਿ ਇਹ ਰੂਲ ਲਾਗੂ ਰਹੂਗਾ ਜਾਂ ਬਦਲ ਜੂ। ਸੋ 7th ਵਨ, ਸੀ ਸਟ੍ਰੈਚਡ ਫੋਰਥ ਹਰ ਹੈਂਡ ਐਂਡ ਸਨੈਪਡ ਦ ਟ੍ਰਿੰਗਸ ਫਰੋਮ ਬੁਸ਼ਿਸ। ਹਾਂ, ਇੱਥੇ ਹੁਣ ਸਨੈਪ ਮੀਨਸ ਤੋੜਨਾ ਹੁੰਦਾ, ਤੋੜਨ ਵਾਲੀ ਅੰਗਰੇਜ਼ੀ ਫਿਰ ਬਰੋਕ ਆ। ਸੋ ਫਿਰ ਆਨਸਰ ਇਹੀ ਹੈ ਇਹਦਾ। ਨੈਕਸਟ ਵਨ 8th, ਹਿਸ ਡਿਮਾਂਡ ਵਾਜ਼ ਦੈਟ ਹਿਸ ਸਬਜੈਕਟਸ ਵੁੱਡ ਪ੍ਰੈਜ਼ੈਂਟ ਹਿਮ ਵਿਦ ਦ ਰੋਪ ਆਫ ਐਸ਼। ਸਬਜੈਕਟ ਇੱਥੇ ਕਿਹਦੇ ਲਈ ਯੂਜ਼ ਕੀਤਾ? ਵੀ ਜਿਹੜੇ ਵੀ ਉਹਦੇ ਸਬਜੈਕਟ ਨੇ, ਪੀਪਲਸ ਲਈ ਯੂਜ਼ ਕੀਤਾ। ਲੋਕਾਂ ਨੂੰ ਕਿਹਾ ਸੀ ਨਾ ਸਵਾਹ ਦੀ ਰੱਸੀ ਬਣਾ ਕੇ ਲਿਆਉਣ ਲਈ। ਸੋ ਇਹਦਾ ਵੀ ਆਨਸਰ ਇਹ ਆ। ਇੱਥੇ ਤੱਕ ਤਾਂ ਇਹ ਵਾਲਾ ਹੀ ਚੱਲੀ ਜਾ ਰਿਹਾ ਫਾਰਮੂਲਾ। ਹੁਣ ਅੱਗੇ ਦੇਖੀਏ, ਦੈਟ ਬੈਰੀ ਆਰ ਦ ਕਰੂਅਲ ਲਾਅ ਵਾਜ਼ ਅਬੋਲਿਸ਼ਡ। ਅਬੋਲਿਸ਼ਡ ਮੀਨਸ ਦਾ ਖਤਮ ਕਰ ਦਿੱਤਾ ਹੈ ਨਾ। ਕੇਮ ਟੂ ਐਨ ਐਂਡ, ਡਿਸਟਰੋਇਡ। ਡਿਸਟਰੋਇਡ ਮੀਨਸ ਵੀ ਵੈਸੇ ਤਾਂ ਖਤਮ ਕਰ ਦਿੱਤਾ। ਹੁਣ ਖਤਮ ਕਰਨਾ ਹੀ ਹੁੰਦਾ ਗਾ, ਪਰ ਇੱਥੇ ਇਹਦਾ
came to an end, ਇੱਥੇ ਵੀ ਇਹ ਵਾਲਾ ਰੂਲ ਲਾਗੂ ਆ। 10th one, he realized that old age meant experience of life and non frailty. Okay, frailty means the ਕਮਜ਼ੋਰੀ। ਸੋ ਫਿਜ਼ੀਕਲ ਵੀਕਨੈਸ, ਇਹਦਾ ਵੀ ਆਨਸਰ ਇਹੀ ਆ। ਲਓ ਜੀ, ਜੇ ਹੁਣ ਕੁਛ ਨਾ ਆਉਂਦਾ ਹੋਵੇ ਤਦ ਵੀ ਸਾਰਿਆਂ ਦੇ ਆਨਸਰ ਏ। ਸੋ ਇਹ ਹੋ ਗਈ ਤੁਹਾਡੀ ਐਕਟੀਵਿਟੀ ਨੰਬਰ 2। ਹੁਣ ਆਪਾਂ ਐਕਟੀਵਿਟੀ ਨੰਬਰ 3 ਵੱਲ ਚੱਲਦੇ ਹਾਂ। ਕੀ ਐਕਟੀਵਿਟੀ 3? ਲਰਨਿੰਗ ਟੂ ਰੀਡ ਐਂਡ ਕੰਪਰੀਹੈਂਡ। ਓਕੇ ਜੀ, ਹੁਣ ਸਾਨੂੰ ਦਿੱਤੇ ਗਏ ਨੇ ਕੁਝ ਸੈਂਟੈਂਸ, ਇਹਨਾਂ ਦਾ ਕੀ ਕਰਨਾ ਅਸੀਂ? ਰੀਅਰੇਂਜ ਦਾ ਸੈਂਟੈਂਸਿਸ ਗਿਵਨ ਬਿਲੋ ਇਨ ਦਾ ਕਰੈਕਟ ਸੀਕੁਐਂਸ। ਜਿਹੜੇ ਸਾਨੂੰ ਸੈਂਟੈਂਸ ਦਿੱਤੇ ਉਹਨਾਂ ਨੂੰ ਕਰੈਕਟ ਸੀਕੁਐਂਸ ਦੇ ਵਿੱਚ ਅਸੀਂ ਕੀ ਕਰਨਾ ਗਾ? ਲਿਖਣਾ ਦੁਬਾਰਾ। ਰਾਈਟ ਦਾ ਨੰਬਰ ਇਨ ਦਾ ਗਿਵਨ ਬ੍ਰੈਕਟਸ। ਦ ਫਸਟ ਵਨ ਇਜ਼ ਡਨ ਫॉर ਯੂ। ਬੁੱਕ 'ਤੇ ਜਦੋਂ ਤੁਸੀਂ ਸੋਲਵ ਕਰੋਗੇ ਤੁਹਾਨੂੰ ਜਿਹੜੇ ਬ੍ਰੈਕਟ ਦਿੱਤੇ ਨੇ ਉਹਨਾਂ ਦੇ ਵਿੱਚ ਤੁਸੀਂ ਨੰਬਰ ਪਾ ਦੋਗੇ ਕਿ ਇਸ ਤੋਂ ਬਾਅਦ ਇਹ ਵਾਲਾ ਸੈਂਟੈਂਸ ਹੋਣਾ। ਪਹਿਲਾਂ ਤੁਹਾਡੇ ਲਈ ਕੀਤਾ ਵਾ, ਜਦੋਂ ਤੁਸੀਂ ਨੋਟਬੁੱਕ 'ਤੇ ਲਿਖੋਗੇ ਬੇਟਾ ਇਹਨੂੰ ਤੁਸੀਂ ਸੀਕੁਐਂਸ ਹੀ ਲਿਖਣਾ, ਪਹਿਲਾਂ ਪਹਿਲੇ ਨੰਬਰ ਵਾਲਾ, ਫਿਰ ਦੂਜੇ ਨੰਬਰ ਵਾਲਾ, ਫਿਰ ਤੀਜੇ ਨੰਬਰ ਵਾਲਾ, ਇੱਦਾਂ। ਓਕੇ, ਉਹਨਾਂ ਨੇ ਫਸਟ ਕਿਹੜੇ ਦੇ ਅੱਗੇ ਲਾਇਆ? ਚੌਥੇ ਸੈਂਟੈਂਸ ਦੇ ਅੱਗੇ ਉਹਨਾਂ ਨੇ ਫਸਟ ਨੰਬਰ ਲਾਇਆ। ਠੀਕ ਹੈ, ਹੁਣ ਉਦੋਂ ਬਾਅਦ ਸੈਕਿੰਡ ਮੈਂ ਦੇਖੋ ਕਿੱਥੇ ਲਾਇਆ, ਮੈਂ ਤੁਹਾਡੇ ਲਈ ਨੰਬਰਿੰਗ ਕਰ ਦਿੱਤੀ ਹੈ। ਸੈਕਿੰਡ ਜਿਹੜਾ ਫਸਟ ਸੈਂਟੈਂਸ ਆ ਉਹ 5 ਨੰਬਰ 'ਤੇ ਆਊਗਾ, ਸੈਕਿੰਡ ਸੈਂਟੈਂਸ ਸੈਕਿੰਡ ਨੰਬਰ 'ਤੇ ਆਊ, ਥਰਡ ਵਾਲਾ 8th ਨੰਬਰ 'ਤੇ ਜਾ ਕੇ ਆਊਗਾ, 5th ਸੈਂਟੈਂਸ 7th ਨੰਬਰ 'ਤੇ ਆਊਗਾ। ਇੱਦਾਂ ਤੁਸੀਂ ਨੰਬਰਿੰਗ ਕਰ ਲਓ ਇਹਦੀ। ਫਿਰ ਹੁਣ ਜਦੋਂ ਤੁਸੀਂ ਇਹਦੀ ਨੰਬਰਿੰਗ ਕਰ ਲਈ ਬੇਟਾ, ਇੱਕ ਵਾਰ ਇਹਨੂੰ ਤੁਸੀਂ ਲੈਸਨ ਰੀਡ ਕੀਤਾ ਹੋਇਆ ਗਾ, ਇੱਕ ਵਾਰ ਫਿਰ ਅਕੋਰਡਿੰਗ ਟੂ ਨੰਬਰ ਰੀਡ ਕਰਕੇ ਦੇਖਣਾ। ਪਹਿਲਾਂ 1 ਜਿੱਥੇ ਲਿਖਿਆ ਹੋਇਆ ਉਹ ਵਾਲੀ ਲਾਈਨ ਨੂੰ ਰੀਡ ਕਰੋ। once in shining a cruel ruler made a law that all the old people must be put to death। ਹੁਣ ਸੈਕਿੰਡ ਕਿੱਥੇ ਲਿਖਿਆ ਹੋਇਆ? a farmer decided to leave his old mother on the top of the mountain। ਥਰਡ ਕਿੱਥੇ ਲਿਖਿਆ ਹੋਇਆ ਦੇਖੋ? the mother 8ਵੇਂ ਦਿਨ ਮਗਰ ਤੀਜਾ ਲਿਖਿਆ ਹੋਇਆ, ਇਹਦਾ ਮਤਲਬ ਉਹ 3 ਨੰਬਰ 'ਤੇ ਹੁੰਦਾ। the mother dropped the small twins as markers on the way to help her son return home safely। ਸੋ ਇਸ ਤਰੀਕੇ ਨਾਲ ਤੁਸੀਂ ਸੀਕੁਐਂਸ ਆਰਡਰ ਦੇ ਵਿੱਚ ਇਹਨਾਂ ਨੂੰ ਲਿਖ ਲੈਣਾ ਬੇਟਾ। ਠੀਕ ਹੈ, ਸੋ ਹੁਣ ਚੱਲਦੇ ਐਕਟੀਵਿਟੀ ਨੰਬਰ 4 ਵੱਲ। ਕੁਐਸਚਨ ਆਨਸਰਸ ਨੇ। ਸੋ ਫਸਟ ਕੁਐਸਚਨ ਕੀ ਆ? ਵਾਟ ਵਾਜ਼ ਦਾ ਕਰੂਅਲ ਅਨਾਊਂਸਮੈਂਟ ਮੇਡ ਬਾਏ ਦਾ ਡਿਸਪੋਟਿਕ ਲੀਡਰ। ਜ਼ਾਲਮ ਜਿਹੜਾ ਨੇਤਾ ਸੀ ਉਹਨੇ ਕੀ ਅਨਾਊਂਸਮੈਂਟ ਕੀਤੀ ਸੀ? ਪੁੱਟ ਆਲ ਦਾ ਏਜਡ ਪੀਪਲ ਟੂ ਡੈਥ। ਜਿੰਨੇ ਵੀ ਬੁੱਢੇ ਲੋਕ ਨੇ ਸਾਰਿਆਂ ਨੂੰ ਮਾਰ ਦਿਓ। ਉਹਨੇ ਇਹ ਵਾਲੀ ਘੋਸ਼ਣਾ ਕੀਤੀ ਸੀ ਨਾ। ਓਕੇ, ਆਨਸਰ ਨੋਟ ਡਾਊਨ ਕਰ ਲਓ। ਸੈਕਿੰਡ ਕੁਐਸਚਨ, ਵਾਈ ਵਾਜ਼ ਦਾ ਫਾਰਮਰ ਸੋਰੋਫੁਲ। ਫਾਰਮਰ ਸੀ ਹੁਣ ਉਹ ਕਿਉਂ ਦੁਖੀ ਸੀ? The farmer was sorrowful at the order of the despot. He loved his old mother very much। ਉਹ ਤਾਂ ਦੁਖੀ ਸੀ, ਉਹਦੇ ਆਰਡਰ 'ਤੇ ਦੁਖੀ ਸੀ। ਅਗਰ ਤੁਸੀਂ ਇੱਥੇ ਤੱਕ ਵੀ ਲਿਖੋ ਠੀਕ ਹੈ ਫਿਰ ਵੀ ਸਹੀ ਆ। Because he loved his old mother very much। Third one, but things did the farmer carry to the top of the mountain। ਜਿਹੜਾ ਫਾਰਮਰ ਸੀ, ਕਿਸਾਨ ਸੀ, ਜਦੋਂ ਉਹ ਆਪਦੀ ਮਦਰ ਨੂੰ ਉੱਪਰ ਛੱਡਣ ਗਿਆ ਮਾਊਂਟੇਨ 'ਤੇ ਤਾਂ ਕੀ ਲੈ ਕੇ ਗਿਆ ਸੀ ਨਾਲ? ਹੀ ਕੈਰੀਡ ਸਮ ਕੁਕਡ ਰਾਈਸ ਐਂਡ ਵਾਟਰ। ਕੁਝ ਰਿੰਨੇ ਹੋਏ ਚੌਲ ਅਤੇ ਪਾਣੀ। ਸੋ ਫੋਰਥ ਕੁਐਸਚਨ, ਵਾਟ ਮੇਡ ਦਾ ਮਦਰ ਐਂਕਸੀਅਸ ਐਜ਼ ਦੇ ਕਲਾਈਮਡ ਅਪ ਦਾ ਮਾਊਂਟੇਨ। ਕਿਹੜੀ ਚੀਜ਼ ਨੇ ਉਹਦੀ ਮਦਰ ਨੂੰ ਪਰੇਸ਼ਾਨ ਕੀਤਾ ਜਦੋਂ ਉੱਪਰ ਚੜ੍ਹ ਕੇ ਜਾ ਰਹੇ ਸੀ? ਹਰ ਸਨ ਡਿਡ ਨਾਟ ਨੋ ਮੈਨੀ ਪਾਰਟਸ ਆਫ ਦਾ ਮਾਊਂਟੇਨ। ਉਹਨੂੰ ਉਹ ਇਸ ਕਰਕੇ ਵਰੀਡ ਸੀ ਕਿ ਉਹਦਾ ਜਿਹੜਾ ਮੁੰਡਾ ਗਾ ਉਹਨੂੰ ਬਾਹਲੇ ਜ਼ਿਆਦਾ ਰਸਤੇ ਨਹੀਂ ਪਤਾ ਪਹਾੜਾਂ ਦੇ। ਹੀ ਵੁੱਡ ਫੋਰਗੈਟ ਦ ਵੇ ਬੈਕ ਟੂ ਹੋਮ। ਉਹ ਜਦੋਂ ਘਰੋਂ ਨੂੰ ਮੁੜੂਗਾ ਤਾਂ ਉਹ ਰਸਤਾ ਭੁੱਲ ਸਕਦਾ ਹੈ। ਸੋ ਇਹ ਹੋ ਗਿਆ ਫੋਰਥ ਕੁਐਸਚਨ। ਕੁਐਸਚਨ ਨੰਬਰ 5, ਹਾਂਜੀ ਬੇਟਾ, ਵਾਟ ਡਿਡ ਦਾ ਮਦਰ ਡਰੋਪ ਅਲੋਂਗ ਦਾ ਵੇ। ਰਸਤੇ ਦੇ ਵਿੱਚ ਉਹਦੀ ਮਦਰ ਕੀ ਸੁੱਟਦੀ ਆਈ ਸੀ? ਸਾਨੂੰ ਪਤਾ ਉਹਨੇ ਜਿਹੜੀਆਂ ਝਾੜੀਆਂ ਸੀ ਉਹਨਾਂ ਤੋਂ ਛੋਟੀਆਂ ਛੋਟੀਆਂ ਟਾਹਣੀਆਂ ਤੋੜ ਕੇ ਇਕੱਠੀਆਂ ਕਰਕੇ ਸੁੱਟਦੀ ਆਈ ਸੀ ਨਿਸ਼ਾਨੀ ਲਾਉਣ ਲਈ, ਹੈ ਨਾ। ਸੋ ਕੀ ਆਨਸਰ ਲਿਖਾਂਗੇ? ਸ਼ੀ ਡਰੋਪਡ ਸਮਾਲ ਬ੍ਰਾਂਚਿਸ ਅਲੋਂਗ ਦਾ ਵੇ। ਉਹ ਛੋਟੀਆਂ ਛੋਟੀਆਂ ਟਾਹਣੀਆਂ ਸਾਰੇ ਰਸਤੇ ਦੇ ਨਾਲ ਨਾਲ ਸੁੱਟਦੀ ਆਈ। ਕੁਐਸਚਨ ਨੰਬਰ 6, what was the advice given by the farmer's mother for the safe return of her son। ਜਿਹੜਾ ਕਿਸਾਨ ਸੀ ਉਹਦੀ ਮਾਂ ਨੇ ਉਹਨੂੰ ਕੀ ਸਲਾਹ ਦਿੱਤੀ ਤਾਂ ਕਿ ਉਹ ਸੁਰੱਖਿਅਤ ਘਰ ਵਾਪਸ ਮੁੜ ਸਕੇ ਆਪਦੇ ਮੁੰਡੇ ਨੂੰ? ਕੀ ਐਡਵਾਈਸ ਦਿੱਤੀ ਸੀ? she advised him to follow the path where he saw the dropped twins।
ਉਹਨੇ ਇਹ ਸਲਾਹ ਦਿੱਤੀ ਕਿ ਉਹ ਉਸੇ ਰਸਤੇ 'ਤੇ ਜਾਵੇ, ਉਸੇ ਰਸਤੇ ਨੂੰ ਫੋਲੋ ਕਰੇ ਜਿਹੜੇ ਰਸਤੇ 'ਤੇ ਉਹ ਛੋਟੀਆਂ ਛੋਟੀਆਂ ਟਾਹਣੀਆਂ ਡਿੱਗੀਆਂ ਹੋਈਆਂ ਵੇਖੇ। ਕੁਐਸਚਨ ਨੰਬਰ 7, ਵੇਅਰ ਡਿਡ ਦ ਫਾਰਮਰ ਹਾਈਡ ਹਿਜ਼ ਮਦਰ। ਫਾਰਮਰ ਨੇ ਆਪਣੀ ਮਾਂ ਨੂੰ ਕਿੱਥੇ ਲੁਕੋਇਆ ਸੀ? ਤੁਹਾਨੂੰ ਪਤਾ, ਕਹਾਣੀ ਪੜ੍ਹੀ ਆ ਤੁਸੀਂ, ਉਹ ਵਾਪਸ ਮੋੜ ਲਿਆਇਆ ਸੀ ਉੱਥੋਂ ਮਾਊਂਟੇਨ ਤੋਂ ਆਪਣੀ ਮਦਰ ਨੂੰ, ਫਿਰ ਉਹਨੂੰ ਲਿਆ ਕੇ ਲੁਕੋਤਾ ਸੀ ਕਿੱਥੇ? ਰਸੋਈ ਦੇ ਵਿੱਚ, ਇੱਕ ਕੰਧ ਦੇ ਵਿੱਚ ਇੱਕ ਉਹਨਾਂ ਦੀ ਬਣੀ ਹੋਈ ਸੀ ਕੱਪਬੋਰਡ, ਉਹਦੇ ਵਿੱਚ। ਹੁਣ ਕੀ ਆਨਸਰ ਲਿਖਾਂਗੇ? ਹੀ ਹੈਡ ਹਾਈਡ, ਜਾਂ ਤੁਸੀਂ ਇੱਥੇ ਹਾਈਡ ਦੀ ਸੈਕਿੰਡ ਫਾਰਮ ਲਿਖਿਆ, ਹੀ ਹੈਡ ਹਿਜ਼ mother in a cavern went their kitchen. Okay, so next one, when did the governor realize his mistake? ਜਿਹੜਾ ਰਾਜਾ ਸੀ ਜਾਂ ਗਵਰਨਰ ਸੀ ਉਹਨੂੰ ਆਪਣੀ ਗਲਤੀ ਦਾ ਅਹਿਸਾਸ ਕਦੋਂ ਹੋਇਆ? He realized his mistake when he saw the idea of farmer's old mother. ਉਹਨੂੰ ਉਦੋਂ ਆਪਣੀ ਗਲਤੀ ਦਾ ਅਹਿਸਾਸ ਹੋਇਆ ਜਦੋਂ ਉਹਨੇ ਜਿਹੜਾ ਸਵਾਹ ਦੀ ਰੱਸੀ ਬਣਾਉਣ ਨੂੰ ਕਿਹਾ ਸੀ, ਉਹਦੀ ਮਦਰ ਦਾ ਆਈਡੀਆ ਸੀ ਨਾ, ਜਦੋਂ ਉਹਨੂੰ ਇਹ ਪਤਾ ਲੱਗਿਆ। ਸੋ ਇਹ ਹੋ ਗਏ ਤੁਹਾਡੇ ਕੁਐਸਚਨਸ, ਆਨਸਰ ਨੋਟ ਕਰ ਲਏ ਤੁਸੀਂ, ਠੀਕ ਹੈ। ਹੁਣ ਆਪਾਂ ਐਕਟੀਵਿਟੀ ਨੰਬਰ 5 ਵੱਲ ਚੱਲਦੇ ਹਾਂ। ਆਈਡੈਂਟੀਫਾਈ ਦਾ ਅੰਡਰਲਾਈਨਡ ਕਰੈਕਟਰਸ। ਉੱਥੇ ਹੁਣ ਸੀਗਾ ਆਪਾਂ ਨੂੰ ਲਾਈਨਾਂ ਦੇ ਮੀਨਿੰਗ ਦੱਸਣੇ ਸੀ ਜਿਹੜੇ ਅੰਡਰਲਾਈਨ ਕੀਤੀਆਂ ਨੇ, ਇੱਥੇ ਹੁਣ ਜਿਹੜੇ ਵਰਡ ਅੰਡਰਲਾਈਨ ਕੀਤੇ ਨੇ ਉਹ ਦੱਸਣੇ ਨੇ ਵੀ ਉਹ ਕਿਹੜੇ ਕਰੈਕਟਰ ਨੇ ਕਹੇ ਨੇ, ਜਾਂ ਉੱਥੇ ਉਹ ਕਿਹੜੇ ਕਰੈਕਟਰ ਦੀ ਗੱਲ ਹੋ ਰਹੀ ਆ। ਸੋ ਚੱਲਦੇ ਹਾਂ। ਫਸਟ ਵਨ, ਹੀ ਗੇਵ ਆਰਡਰਸ ਫॉर द एज टू बी पुट टू डैथ। किने ऑर्डर दिते सी? डिस्पॉट ने दिते सी। सो ही इत्थे किहदे लई वरतिया गया? डिस्पोटिक लीडर लई। सो तुसीं इत्थे आंसर लिखोगे DESPOT, डिस्पॉट। नैक्सट वन चलो, ही कंसीडर्ड द ऑर्डर टू बी द काइंडेस्ट मोड ऑफ डैथ। ਹੁਣ ਕਿਹੜਾ ਬੰਦਾ ਸੀ ਜਿਹੜਾ ਵਿਚਾਰ ਕਰ ਰਿਹਾ ਸੀ ਮੌਤ ਦਾ ਸਾਰਿਆਂ ਨੂੰ ਕਾइंडेस्ट ਵੇ ਲੱਭਣ ਦਾ? ਕੌਣ ਸੀ? ਸਨ। ਇੱਥੇ ਉਹਦੇ ਮਦਰ ਫਾਰਮਰ, ਜਾਂ ਫਾਰਮਰ ਵੀ ਲਿਖ ਸਕਦੇ ਹੋ ਤੁਸੀਂ, ਹੈ ਨਾ। ਜਿਹੜਾ ਫਾਰਮਰ ਸੀ ਉਹ ਫਾਈਂਡ ਆਊਟ ਕਰ ਰਿਹਾ ਸੀ, ਸਨ ਜਾਂ ਫਾਰਮਰ। ਓਕੇ, ਨੈਕਸਟ ਵਨ, ਸ਼ੀ ਕੁਆਇਟਲੀ ਡ੍ਰੌਪਡ ਸਮ ਥਿੰਗਸ ਔਨ ਦ ਵੇ। ਉਹ ਚੁੱਪਚਾਪ ਰਸਤੇ 'ਤੇ ਸੁੱਟਦੀ ਆਈ ਕੁਝ ਟ੍ਰਿੰਗਸ। ਕੌਣ? ਮਦਰ। ਸੋ ਇੱਥੇ ਦਾ ਆਨਸਰ ਕੀ ਲਿਖਾਂਗੇ? ਮਦਰ। ਸ਼ੀ ਕਿਹਦੇ ਲਈ ਵਰਤਿਆ ਗਿਆ? ਮਦਰ ਲਈ। Next one, together we will follow the path, together we will live, we will die। ਉਹ ਕਹਿੰਦਾ ਇਕੱਠੇ ਹੀ ਜਿਵਾਂਗੇ, ਇਕੱਠੇ ਹੀ ਮਰਾਂਗੇ, ਇਕੱਠੇ ਹੀ ਆਪਾਂ ਥੱਲੇ ਨੂੰ ਚੱਲਾਂਗੇ। ਇਹ ਗੱਲ ਵੀ ਦੀ ਜਗ੍ਹਾ ਕਿਹਦੀ ਗੱਲ ਕੀਤੀ ਆ? ਫਾਰਮਰ ਤੇ ਉਹਦੀ ਮਦਰ ਦੀ ਗੱਲ ਕੀਤੀ ਆ, ਠੀਕ ਹੈ। ਇੱਥੇ ਕਿਹੜੇ ਕਰੈਕਟਰ ਦੀ ਗੱਲ ਹੋ ਰਹੀ ਹੈ? ਸਨ ਐਂਡ ਮਦਰ। ਤੁਸੀਂ ਇੱਥੇ ਨਾਲ ਮਦਰ ਵੀ ਲਿਖ ਹੀ ਲਓ, ਠੀਕ ਆ, ਅਬਲੀਕ ਪਾ ਕੇ, MOTHER, ਠੀਕ ਹੈ। ਇੱਥੇ ਤੁਸੀਂ ਮਦਰ ਲਿਖ ਲੈਣਾ ਨਾਲ, ਕਿਉਂਕਿ ਵੀ ਅਸੀਂ ਆ ਨਾ। ਸੋ ਹੀ ਲਿਸਨਡ ਐਂਡ ਮੈਡੀਟੇਟਡ ਇਨ ਸਾਇਲੈਂਸ। ਉਹਨੇ ਸੁਣਿਆ ਅਤੇ ਇਕਾਂਤ ਦੇ ਵਿੱਚ ਉਹਦੇ 'ਤੇ ਮੈਡੀਟੇਟ ਕੀਤਾ। ਕਿਹਨੇ ਕੀਤਾ ਸੀ? ਡਿਸਪੋਟ ਨੇ। ਸੋ ਇੱਥੇ ਡਿਸਪੋਟ ਲਿਖ ਦਿਓ। ਇੱਥੇ ਸਨ ਦੇ ਨਾਲ ਤੁਸੀਂ ਫਾਰਮਰ ਵੀ ਲਿਖ ਸਕਦੇ ਹੋ, FARMER, ਫਾਰਮਰ, ਠੀਕ ਹੈ। ਸੋ ਇਹ ਹੋ ਗਏ ਤੁਹਾਡੇ ਬੇਟਾ ਐਕਟੀਵਿਟੀ 5 ਦੇ ਆਨਸਰਸ। ਆਈ ਹੋਪ ਕਿ ਤੁਹਾਨੂੰ ਇਹ ਐਕਟੀਵਿਟੀ ਸਮਝ ਆ ਗਈ ਹੋਣਗੀਆਂ। ਹੁਣ ਤੁਸੀਂ ਬੇਟਾ ਇਹਨਾਂ ਨੂੰ ਆਪਣੀ ਨੋਟਬੁੱਕ 'ਤੇ ਨੋਟ ਡਾਊਨ ਕਰ ਲਓ ਅਤੇ ਲਰਨ ਕਰ ਲਓ। ਆਪਾਂ ਮਿਲਦੇ ਹਾਂ ਨੈਕਸਟ ਵੀਡੀਓ 'ਚ ਅਗਲੀ ਐਕਟੀਵਿਟੀਜ਼ ਦੇ ਨਾਲ। ਬਾਏ ਬੇਟਾ।